ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਵਾਂ ਜਿਹੜਾ ਬਹੁਤ ਵਿਵਾਦਿਤ ਮੁੱਦਾ ਵਾ ਬੀਐਸਐਫ ਨੇ ਜੋ 50 ਕਿਲੋਮੀਟਰ ਦਾ ਅਧਿਕਾਰ ਲੈ ਲਿਆ ਵਾ ਕੇਂਦਰ ਸਰਕਾਰ ਤੋਂ ਪੰਜਾਬ ਦੇ ਅੰਦਰ ਤੱਕ ਔਰ ਉਸ ਦਾ ਇੱਕ ਆਧਾਰ ਬਣਾਇਆ ਗਿਆ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਜ਼ਰੀਏ ਬਾਰਡਰ ਦੇ ਅਕ੍ਰੋਸ ਬਹੁਤ ਸਾਰੀਆਂ ਡਰੋਨਸ ਆ ਰਹੀਆਂ ਨੇ, ਬਹੁਤ ਸਾਰਾ ਅਸਲਾ ਆ ਰਿਹਾ ਵਾ ਔਰ ਬਹੁਤ ਸਾਰਾ ਅਸਲਾ ਇਕੱਠਾ ਕੀਤਾ ਗਿਆ ਪੰਜਾਬ ਦੇ ਵਿੱਚ ਤਾਂ ਕਿ ਪੰਜਾਬ ਦੇ ਹਾਲਾਤ ਦੁਬਾਰਾ ਖਰਾਬ ਕੀਤੇ ਜਾਣ। ਮੈਂ ਕਹਿਣਾ ਚਾਹੁੰਦਾ ਵਾਂ ਕਿ ਜੇ ਤੁਸੀਂ ਬਿਲਕੁਲ ਨਿਰਪੱਖਤਾ ਦੇ ਨਾਲ ਇਹ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਘੋਖ ਕਰੇ ਪੰਜਾਬ ਦੀ ਸਰਕਾਰ ਜਾਂ ਕੇਂਦਰ ਸਰਕਾਰ ਵੀ, ਇਹ ਸਾਰਾ ਇੱਕ ਹਾਈਪ ਕ੍ਰੀਏਟ ਕੀਤੀ ਗਈ ਹੈ। ਇੱਕ ਤਾਂ ਪੰਜਾਬ ਨੂੰ ਬਦਨਾਮ ਕਰਨ ਵਾਸਤੇ, ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਤੇ ਇੱਕ ਹਾਈਪ ਦਾ ਮਤਲਬ ਹੈਗਾ ਵਾ ਕਿ ਕਿਸੇ ਤਰੀਕੇ ਨਾਲ ਇਨਡਾਇਰੈਕਟਲੀ ਗਵਰਨਮੈਂਟ ਆਫ ਇੰਡੀਆ ਜਿਹੜਾ ਹੈ ਉਹ ਪੰਜਾਬ ਦੇ ਉੱਤੇ ਅਸਿੱਧੇ ਤੌਰ ਤੇ ਕਾਬਜ਼ ਹੋ ਸਕੇ, ਸਾਡੇ ਹੋਮ ਡਿਪਾਰਟਮੈਂਟ ਨੂੰ ਉਹ ਰਿਮੋਟ ਕੰਟਰੋਲ ਦੇ ਰਾਹੀਂ ਉਹ ਚਲਾਉਣ। ਕਿਉਂਕਿ ਜਿਹੜੀਆਂ ਡਰੋਨਸ ਨੇ ਅਗਰ ਉਹ ਆ ਰਹੀਆਂ ਨੇ ਪਾਕਿਸਤਾਨ ਦੇ ਬਾਰਡਰ ਤੋਂ ਉੱਤੇ, ਪਹਿਲੀ ਗੱਲ ਤਾਂ ਇਹ ਆ ਜਾਣਨੀ ਅੱਛੀ ਤਰ੍ਹਾਂ ਨਾਲ ਸਭ ਨੂੰ ਪਤਾ ਕਿ ਸਾਰੇ ਬਾਰਡਰ ਦੇ ਉੱਤੇ ਬੜੇ ਵੱਡੇ ਪੱਧਰ ਤੇ ਫੈਂਸਿੰਗ ਹੋਈ ਆ, ਉਹਦੀ ਇਲੈਕਟ੍ਰੀਫਿਕੇਸ਼ਨ ਹੋਈ ਆ। ਜਿਹੜਾ ਉਰਲੇ ਪਾਸੇ ਆਪਣੇ ਪੰਜਾਬ ਦੇ ਕਿਸਾਨ ਜਦੋਂ ਜਾਂਦੇ ਨੇ ਖੇਤੀ ਕਰਨ ਬਾਰਡਰ ਬੈਲਟ ਵਿੱਚ, ਤੇ ਉਹਨਾਂ ਦੀ ਟਾਈਮਿੰਗਸ ਤੈਅ ਕੀਤੀਆਂ ਹੋਈਆਂ, ਸ਼ਾਇਦ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੋਂ ਬਾਅਦ ਉੱਤੇ ਕੁਝ ਨਹੀਂ, ਚਿੜੀ ਵੀ ਨਹੀਂ ਫੜਕ ਸਕਦੀ। ਤੇ ਜਦ ਐਡੀ ਟਾਈਟ ਸਿਕਿਉਰਿਟੀ ਆ, ਸਾਰੀ ਬੀਐਸਐਫ ਚੱਪੇ ਦੇ ਉੱਤੇ ਲੱਗੀ ਹੋਈ ਆ, ਬਾਰਡਰ ਸਿਕਿਉਰਿਟੀ ਫੋਰਸ, ਤੇ ਫਿਰ ਡਰੋਨਸ ਕਿੱਥੋਂ ਆ ਰਹੀਆਂ ਨੇ ਇਹ ਸਾਰੀਆਂ? ਇਹ ਮੇਰੇ ਹਿਸਾਬ ਦੇ ਨਾਲ ਪੰਜਾਬ ਦੀ ਕੁਝ ਸ਼ਰਾਰਤੀ ਅੰਸਰ ਇਸ ਤਰ੍ਹਾਂ ਦਾ ਦਿੱਲੀ ਦੇ ਹੱਥਾਂ ਵਿੱਚ ਖੇਡ ਕੇ ਇੱਕ ਅਰਸੇ ਤੋਂ ਰਿਪੋਰਟਸ ਤਿਆਰ ਕਰ ਰਿਹਾ ਕਿ ਬਹੁਤ ਅਸਲਾ ਆ ਗਿਆ ਡਰੋਨਸ ਦੇ ਰਾਹੀਂ ਔਰ ਇਸ ਨੂੰ ਕਿਸੇ ਤਰੀਕੇ ਦੇ ਨਾਲ ਹੈਂਡਓਵਰ ਕੀਤਾ ਜਾਵੇ ਤਾਂ ਕਿ ਬੀਐਸਐਫ ਜਿਹੜੀ ਆ ਉਹ ਹੁਣ 50 ਕਿਲੋਮੀਟਰ ਤੱਕ ਉਹਨੂੰ ਅਧਿਕਾਰ ਦਿੱਤੇ। ਪਹਿਲਾਂ 15 ਕਿਲੋਮੀਟਰ ਤੱਕ ਬੀਐਸਐਫ ਨੂੰ ਅਧਿਕਾਰ ਸੀਗੇ ਬਾਰਡਰ ਤੋਂ ਕਿ 15 ਕਿਲੋਮੀਟਰ ਤੱਕ ਉਹ ਸਰਚ ਕਰ ਸਕਦੇ ਆ, ਸੀਜ਼ ਕਰ ਸਕਦੇ ਆ, ਅਰੈਸਟ ਕਰ ਸਕਦੇ ਆ, ਤੇ ਉਹਨਾਂ ਨੂੰ ਹੁਣ 50 ਕਿਲੋਮੀਟਰ ਮਤਲਬ ਹੈ ਕਿ ਬਾਰਡਰ ਤੋਂ ਲੈ ਕੇ ਲਗਭਗ ਬਿਆਸ ਦਰਿਆ ਤੱਕ ਉਹ ਕਿਸੇ ਨੂੰ ਆਣ ਕੇ ਛਾਪਾਮਾਰੀ ਕਰ ਸਕਦੇ ਆ, ਸਰਚ ਕਰ ਸਕਦੇ ਆ, ਅਰੈਸਟ ਕਰ ਸਕਦੇ। ਤੇ ਫਿਰ ਪੰਜਾਬ ਦਾ ਅਧਿਕਾਰ ਕਿੱਥੇ ਗਿਆ? ਪੰਜਾਬ ਦੀ ਪੁਲਿਸ ਦਾ ਅਧਿਕਾਰ ਕਿੱਥੇ ਗਿਆ? ਇਹਦਾ ਮਤਲਬ ਸਾਡੀ ਜਿਹੜੀ ਹੋਮ ਡਿਪਾਰਟਮੈਂਟ ਆ ਤੇ ਪੰਜਾਬ ਸਰਕਾਰ ਉਹ ਡਿਫੰਕਟ ਹੋ ਜਾਏਗੀ ਔਰ ਜਿਹੜੀ ਸਾਡੀ ਅਸਲ ਆਟੋਨੋਮੀ ਜਿਹੜੀ ਅਸੀਂ ਬਹੁਤ ਦੇਰ ਤੋਂ ਮੰਗ ਰਹੇ ਕਿ ਸਾਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ, ਤੇ ਉਹ ਸਾਡੇ ਅਧਿਕਾਰ ਹੋਰ ਖੋਣ ਦੇ ਚੱਕਰ ਵਿੱਚ ਇਸ ਤਰ੍ਹਾਂ ਦੀਆਂ ਰਿਪੋਰਟਸ ਤਿਆਰ ਕੀਤੀਆਂ। ਹੁਣ ਆਪਾਂ ਡਰੋਨਸ ਦੀ ਗੱਲ ਕਰੀਏ, ਡਰੋਨ ਕੋਈ ਛੋਟੀ ਮੋਟੀ ਚੀਜ਼ ਤਾਂ ਹੈ ਨਹੀਂ ਕਿ ਕਿਸੇ ਨੇ ਨੋਟਿਸ ਹੀ ਨਹੀਂ ਕੀਤੀ। ਅਕਸਰ ਜੇ ਡਰੋਨਸ ਆਉਣੀਆਂ ਅਕ੍ਰੋਸ ਦ ਬਾਰਡਰ, ਉਹਦੇ ਦੋ ਤਰੀਕੇ ਨੇ। ਇੱਕ ਤਾਂ ਜਾਂ ਉਹਨੂੰ ਗਰਾਊਂਡ ਹੈਂਡਲਰਸ ਚਲਾਉਣ, ਆਪਰੇਟ ਕਰਨ ਰਿਮੋਟ ਦੇ ਰਾਹੀਂ ਥੱਲਿਓਂ ਬਾਰਡਰ ਦੇ ਪਰਲੇ ਪਾਸੇ ਬੈਠੇ ਹੋਣ ਤੇ ਉਹ ਡਰੋਨ ਨੂੰ ਉੱਥੋਂ ਉਡਾਉਣ ਤੇ ਬਾਰਡਰ ਦੇ ਉੱਤੋਂ ਦੀ ਫੈਂਸ ਦੇ ਉੱਤੋਂ ਦੀ ਲਿਆ ਕੇ ਇੱਥੇ ਅਸਲਾ ਸੁੱਟਣ। ਅਕਸਰ ਉਸ ਡਰੋਨ ਦੀ ਕੋਈ ਕੈਪੈਸਿਟੀ ਹੋਊਗੀ ਕਿ ਕਿੰਨੇ ਰੇਂਜ ਤੱਕ ਜਾ ਸਕਦੀ ਹੈ, ਕਿੰਨਾ ਵਜ਼ਨ ਕੈਰੀ ਕਰ ਸਕਦੀ ਹੈ, ਕਿੰਨੀ ਉਹਦੀ ਆਵਾਜ਼ ਆਉਂਦੀ। ਆਪਾਂ ਸ਼ਾਦੀਆਂ ਤੇ ਜਿਹੜੇ ਡਰੋਨਸ ਦੇਖਦੇ, ਜਿਹੜੇ ਆਪਣੇ ਓਵਰਹੈਡ ਫੰਕਸ਼ਨਸ ਨੂੰ ਕਵਰ ਕਰਦੇ ਆ, ਉਹਦੀ ਕਾਫੀ ਆਵਾਜ਼ ਹੁੰਦੀ ਆ ਔਰ ਉਹਦੀ ਹਵਾ ਵੀ ਕਾਫੀ ਥੱਲੇ ਤੱਕ ਸ਼ੋਰ ਮਚਾਉਂਦੀ ਆ। ਤੇ ਦੂਸਰਾ ਤਰੀਕਾ ਹੈਗਾ ਟੈਕਨੋਲੋਜੀ ਆ ਦੈਟ ਇਫ ਦ ਡਰੋਨਸ ਆਰ ਕੰਟਰੋਲਡ ਵਾਇਆ ਸੈਟੇਲਾਈਟਸ। ਔਰ ਜਿਹੜੀਆਂ ਸੈਟੇਲਾਈਟਸ ਹੈ ਸਾਰੀਆਂ ਇਹ ਕਿਸੇ ਦੀ, ਇਹ ਤਾਂ ਹੈ ਨਹੀਂ ਕਿਸੇ ਪ੍ਰਾਈਵੇਟ ਸਮਗਲਰ ਨੇ ਸੈਟੇਲਾਈਟ ਲਾਈ ਹੋਈ ਆ, ਕਿਸੇ ਛੋਟੇ ਮੋਟੇ ਬੰਦੇ ਨੇ ਆਪਣੀ ਸੈਟੇਲਾਈਟ ਛੱਡੀ ਹੋਈ ਆ ਆਕਾਸ਼ ਦੇ ਵਿੱਚ। ਸੈਟੇਲਾਈਟ ਸਾਰੀਆਂ ਸਰਕਾਰਾਂ ਦੇ ਟਾਈਟਲੀ ਕੰਟਰੋਲਡ ਹੈ, ਇੱਕ ਐਕਟੀਵਿਟੀ ਉਹਨਾਂ ਦੀ ਮੋਨੀਟਰ ਹੁੰਦੀ ਆ। ਇਸ ਲਈ ਸਾਡਾ ਇਹ ਮੰਨਣਾ ਵਾ ਕਿ ਇਹ ਸਾਰਾ ਇੱਕ ਪ੍ਰੋਪੇਗੈਂਡਾ ਕ੍ਰੀਏਟ ਕੀਤਾ ਗਿਆ ਵਾ ਜਾਣ-ਬੁੱਝ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ, ਸਿੱਖਾਂ ਨੂੰ ਬਦਨਾਮ ਕਰਨ ਲਈ, ਲੇਬਲ ਕਰਨ ਲਈ ਕਿ ਇਹ ਟੈਰਰਿਸਟ ਨੇ। ਔਰ ਤੀਸਰਾ ਮਕਸਦ ਹੈਗਾ ਕਿ ਕਿਸੇ ਤਰੀਕੇ ਨਾਲ ਪੰਜਾਬ ਦੇ ਉੱਤੇ ਇਨਡਾਇਰੈਕਟਲੀ ਸਾਰੀ ਸਟੇਟ ਨੂੰ ਆਪ ਕੰਟਰੋਲ ਕੀਤਾ ਜਾਵੇ। ਹੁਣ ਇਹਦੇ ਵਿੱਚ ਜਿਹੜੇ ਮੋਹਰੇ ਬਣੇ ਨੇ, ਅਨਫੋਰਚੂਨੇਟਲੀ ਮੈਨੂੰ ਕਹਿਣਾ ਪੈ ਰਿਹਾ ਵਾ, ਕੈਪਟਨ ਅਮਰਿੰਦਰ ਸਿੰਘ ਸਾਡੇ ਸਤਿਕਾਰਯੋਗ ਆਗੂ ਨੇ, ਉਹ ਪਿਛਲੇ 3-4 ਸਾਲ ਤੋਂ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਡਰੋਨਸ ਆ ਗਈਆਂ, ਅਸਲਾ ਬੜਾ ਇਕੱਠਾ ਹੋ ਗਿਆ। ਅਗਰ ਅਸਲਾ ਇਕੱਠਾ ਹੋਇਆ 3-4 ਸਾਲ ਤੋਂ, ਤਾਂ ਚੱਲਿਆ ਕਿੱਥੇ ਆ? ਉਹ ਕਿੱਥੇ ਗਿਆ ਅਸਲਾ ਸਾਰਾ ਜਿਹੜਾ ਪੰਜਾਬ ਕਹਿ ਰਿਹਾ ਪੁਲਿਸ ਕੇ ਇਕੱਠਾ ਹੋ ਰਿਹਾ ਵਾ? ਔਰ ਜਿਹੜੀਆਂ ਇਹਨਾਂ ਨੇ ਡਰੋਨਸ ਸੀਜ਼ ਕੀਤੀਆਂ, ਇਹਨਾਂ ਨੇ ਕਦੀ ਨਹੀਂ ਦੱਸਿਆ ਲੋਕਾਂ ਨੂੰ ਪਬਲਿਕਲੀ, ਕਿਤੇ ਮੀਡੀਆ ਦੇ ਸਾਹਮਣੇ ਕਿਤੇ ਪ੍ਰੈਜੈਂਟੇਸ਼ਨ ਨਹੀਂ ਦਿੱਤੀ ਕਿ ਆਹ ਡਰੋਨਸ ਨੇ। ਇਹਨਾਂ ਡਰੋਨਸ ਦੀ ਕੈਪੈਸਿਟੀ ਆ ਕਿ ਇੰਨੀਆਂ ਉੱਚੀ ਉੱਡ ਸਕਦੀ ਆ, 1 ਕਿਲੋਮੀਟਰ ਵਰਟੀਕਲ ਜਾ ਸਕਦੀ ਆ, ਤੇ ਇਹ 5-7-10 ਕਿਲੋਮੀਟਰ ਜਿੰਨਾ ਵੀ ਕਹਿਣਾ ਚਾਹੁੰਦੇ ਵਰਟੀਕਲ, ਇਹਦੀ ਟਰੈਵਲਿੰਗ ਲਿਮਿਟ ਕਿੰਨੀ ਆ? ਇਹ ਤਾਂ ਹੈ ਨਹੀਂ ਕਿ ਇੱਕ ਡਰੋਨ ਰਿਮੋਟ ਨਾਲ ਬੰਦਾ ਚਲਾ ਰਿਹਾ ਤੇ ਉਹ 500 ਕਿਲੋਮੀਟਰ ਤੱਕ ਜਾ ਸਕਦੀ ਜਾਂ 100 ਕਿਲੋਮੀਟਰ ਤੱਕ ਜਾ ਸਕਦੀ ਆ। ਇਸ ਲਈ ਇਹ ਸਾਰਾ ਇੱਕ ਕੰਕੌਕਟਡ, ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸਾਜ਼ਿਸ਼ ਆ ਸਾਡੀ ਸਟੇਟ ਦੀ ਆਟੋਨੋਮੀ ਨੂੰ ਤਬਾਹ ਕਰਨ ਵਾਸਤੇ ਔਰ ਕੇਂਦਰ ਸਰਕਾਰ ਇਸ ਦੇ ਉੱਤੇ ਇਨਡਾਇਰੈਕਟ ਕੰਟਰੋਲ ਕਰਨ ਵਾਸਤੇ। ਇਹ ਸਾਰਾ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਔਰ ਉਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਜਿਹੜੇ ਨੇ ਇਸ ਦਾ
ਇਸ ਨੂੰ ਪ੍ਰੋਪੇਗੇਟ ਕਰ ਰਹੇ ਨੇ। ਹੁਣ ਸਰਕਾਰ ਦਾ ਇਹ ਫਰਜ਼ ਬਣਦਾ ਵਾ ਕਿ ਇੱਕ ਪਬਲਿਕ ਡੈਮੋਨਸਟ੍ਰੇਸ਼ਨ ਕਰੇ, ਜਿਹੜੀਆਂ ਡਰੋਨ ਸੀਜ਼ ਕੀਤੀਆਂ ਉਹ ਸਾਰੀਆਂ ਕਢਾਵੇ, ਉਹਨਾਂ ਦੀ ਕੈਪੈਸਿਟੀ ਚੈੱਕ ਕਰੇ ਟੈਕਨੋਲੋਜੀ ਵਾਈਜ਼, ਉਹਨਾਂ ਦਾ ਕਿੰਨੀ ਸਟਰੈਂਥ ਹੈਗੀ ਆ, ਕਿੰਨਾ ਟਰੈਵਲ ਕਰ ਸਕਦੇ ਆ, ਕਿੰਨਾ ਵਜ਼ਨ ਕੈਰੀ ਕਰ ਸਕਦੇ ਆ। ਅਗਰ ਇਸ ਤਰ੍ਹਾਂ ਨਾਲ ਕਰਕੇ ਔਰ ਮੀਡੀਆ ਨੂੰ ਸੱਦਿਆ ਜਾਵੇ ਤੇ ਮੀਡੀਆ ਦੇ ਸਾਹਮਣੇ ਇਹਦੀ ਇੱਕ ਪੂਰੀ ਡੈਮੋਨਸਟ੍ਰੇਸ਼ਨ ਕੀਤੀ ਜਾਵੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ। ਔਰ ਮੈਨੂੰ ਯਾਦ ਹੈ ਅੱਛੀ ਤਰ੍ਹਾਂ ਇੰਡੀਅਨ ਐਕਸਪ੍ਰੈਸ ਤੇ ਮੇਰੇ ਅਜ਼ੀਜ਼ ਦੋਸਤ ਨੇ ਅਮਨ ਸਿੰਘ ਛੀਨਾ, ਇੰਡੀਅਨ ਐਕਸਪ੍ਰੈਸ ਨੇ ਕਾਫੀ ਵੱਡੀ ਤਹਿਕੀਕਾਤ ਕੀਤੀ ਜਦੋਂ ਬਾਰਡਰ ਦੇ ਲਾਗੇ ਕੋਈ ਡਰੋਨ ਸੁੱਟਦਾ ਡਿੱਗਦੀ ਸੀਗੀ। ਇਹਨਾਂ ਨੇ ਮੌਕੇ ਤੇ ਜਾ ਕੇ ਕਿਹਾ, ਪਿੰਡਾਂ ਨੇ, ਲੋਕਾਂ ਨੇ, ਸਰਪੰਚਾਂ ਨੇ ਗਵਾਹੀਆਂ ਦਿੱਤੀਆਂ ਉੱਥੇ ਇੰਡੀਅਨ ਐਕਸਪ੍ਰੈਸ ਦੀ ਟੀਮ ਨੂੰ ਕਿ ਇੱਥੇ ਅਸੀਂ ਕੋਈ ਡਰੋਨ ਦੇਖੀ ਨਹੀਂ ਗਈ, ਕੋਈ ਆਵਾਜ਼ ਹੀ ਨਹੀਂ ਆਈ, ਕਿਤੇ ਸਾਨੂੰ ਡਿੱਗਦੀ ਨਹੀਂ ਨਜ਼ਰ ਆਈ, ਕੋਈ ਬੰਦਾ ਅਸਲਾ ਚੱਕਦਾ ਨਹੀਂ ਨਜ਼ਰ ਆਇਆ। ਇਹ ਸਾਰਾ ਤੇ ਸਾਰਾ ਜਾਣ ਬੁੱਝ ਕੇ ਇੱਕ ਪ੍ਰੋਪੇਗੈਂਡਾ ਕ੍ਰੀਏਟ ਕੀਤਾ ਗਿਆ ਪੰਜਾਬ ਨੂੰ ਹੜਪਣ ਵਾਸਤੇ। ਔਰ ਨਾਲ ਮੈਂ ਕਹਿਣਾ ਚਾਹੁੰਦਾ ਕਿ ਫਰਜ਼ ਕਰੋ ਇੱਕ ਮਿੰਟ ਵਾਸਤੇ ਕੋਈ ਡਰੋਨਸ ਅਕ੍ਰੋਸ ਦ ਬਾਰਡਰ ਆ ਰਹੀਆਂ, ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਲਿਖ ਕੇ ਪੁੱਛੇ ਕਿ ਇਹ ਦੱਸੋ ਤੁਸੀਂ ਕਿ ਕੀ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਾਇਲੇਟਰਲ ਟਾਕਸ ਵਿੱਚ ਪਾਕਿਸਤਾਨ ਨਾਲ ਕਦੀ ਡਰੋਨਸ ਦੀ ਕੰਪਲੇਂਟ ਕੀਤੀ ਹੈ ਕਿ ਬਾਰਡਰ ਤੋਂ ਕਿੰਨੀਆਂ ਡਰੋਨਸ ਆ ਚੁੱਕੀਆਂ ਤੁਹਾਡੇ ਕੋਲ? ਅਗਰ ਤੁਸੀਂ ਕਹਿ ਰਹੇ ਹੋ ਕਿ ਪਿਛਲੇ 3-4 ਸਾਲ ਤੋਂ ਲੈਟਸ ਪ੍ਰਜ਼ੂਮ ਅਸੀਂ 100 ਡਰੋਨ ਸੀਜ਼ ਕੀਤੀ ਆ, ਕੀ ਕੇਂਦਰ ਸਰਕਾਰ ਨੇ ਕਦੀ ਲਿਖਤੀ ਤੌਰ ਤੇ ਪਾਕਿਸਤਾਨ ਨੂੰ ਪੁੱਛਿਆ ਵਾ ਕਿ 100 ਡਰੋਨ ਦਾ ਸਾਨੂੰ ਵੇਰਵਾ ਦਿੱਤਾ ਜਾਵੇ, ਜਾਂ ਸ਼ਿਕਾਇਤ ਲੌਂਚ ਕੀਤੀ ਆ ਕਿ ਪਾਕਿਸਤਾਨ ਨਾਲ ਕਿ ਤੁਸੀਂ ਇਹ ਡਰੋਨਸ ਭੇਜ ਰਹੇ ਹੋ? ਮੇਰਾ ਇਹ ਦੁਬਾਰਾ ਇਹ ਕਹਿਣਾ ਵਾ ਕਿ ਅੱਜ ਪੰਜਾਬ ਬਿਲਕੁਲ ਪੀਸਫੁਲ ਸਟੇਟ ਹੈ, ਪੰਜਾਬ ਤੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਮੰਡਲਾ ਨਹੀਂ ਰਿਹਾ। ਹਾਂ, ਇਹ ਜ਼ਰੂਰ ਹੈ ਕਿ ਲੋਕ ਫਰਸਟ੍ਰੇਟਡ ਨੇ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਬੇਚੈਨੀ ਜ਼ਰੂਰ ਹੈਗੀ, ਲੇਕਿਨ ਇਸ ਮੁਕਾਮ ਤੱਕ ਬੇਚੈਨੀ ਨਹੀਂ ਗੀ ਕਿ ਉਹ ਹਥਿਆਰ ਚੱਕ ਕੇ ਵਾਇਲੈਂਸ ਵਿੱਚ ਇੰਡਲਜ ਕਰਨ। ਇਸ ਲਈ ਇਹ ਸਾਰਾ ਜਿਹੜਾ ਹੈਗਾ ਇਹ ਇੱਕ ਪੂਰੀ ਕਨਸਪੀਰੇਸੀ ਦੇ ਤਹਿਤ, ਇੱਕ ਸਾਜ਼ਿਸ਼ ਦੇ ਤਹਿਤ ਇੱਕ ਜਾਲ ਬੁਣਿਆ ਜਾ ਰਿਹਾ ਵਾ ਕਿ ਕਿਸੇ ਤਰੀਕੇ ਨਾਲ ਡਰੋਨਸ ਦਾ ਸ਼ੋਰ ਮਚਾਓ, ਅਸਲੇ ਦਾ ਸ਼ੋਰ ਮਚਾਓ, ਤਾਂ ਕਿ ਪੰਜਾਬ ਦੇ ਉੱਤੇ ਇਨਡਾਇਰੈਕਟ ਗਵਰਨਮੈਂਟ ਆਫ ਇੰਡੀਆ ਦਾ ਕੰਟਰੋਲ ਕੀਤਾ ਜਾਵੇ, ਪੰਜਾਬ ਦੀ ਆਟੋਨਮੀ ਦੇ ਨੂੰ ਹੋਰ ਕੱਟਿਆ ਜਾਵੇ। ਇਹ ਸਾਰਾ ਮਸਲਾ ਮੈਂ ਸਮਝਦਾ ਕਿ ਜਿਹੜਾ ਹੈ ਅਸਲੀਅਤ ਜਿਹੜੀ ਹੈਗੀ ਹੈ। ਇਸ ਲਈ ਮੈਂ ਸਾਰੇ ਸਮੂਹ ਸਤਿਕਾਰਯੋਗ ਪੰਜਾਬ ਦੇ ਲੋਕਾਂ ਨੂੰ, ਹਰ ਵਰਗ ਦੇ ਲੋਕਾਂ ਨੂੰ, ਜਿੱਥੇ ਆਪਾਂ ਕਹਿੰਦੇ ਕਿ ਅਸੀਂ ਪੀਸ ਮੇਨਟੇਨ ਤਾਂ ਕਰ ਹੀ ਰਹੇ ਹਾਂ, ਨਾਲ ਜਿਹੜੀਆਂ ਇਹ ਏਜੰਸੀਜ਼ ਜਿਹੜੀਆਂ ਇਹ ਇੱਕ ਸਪਰੈਡ ਕਰ ਰਹੀਆਂ, ਇੱਕ ਜਿਹੜਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ, ਉਹਨਾਂ ਨੂੰ ਬੰਦ ਕਰਨਾ ਚਾਹੀਦਾ। ਪੰਜਾਬ ਦੇ ਲੋਕ ਤਾਂ ਹਮੇਸ਼ਾ ਸਭ ਤੋਂ ਮੋਹਰੇ ਹੋ ਕੇ ਜਾਨਾਂ ਗਵਾ ਰਹੇ ਨੇ। ਆ ਪਿਛਲੇ ਦਿਨੀ 5 ਵਿਅਕਤੀ ਮਾਰੇ ਗਏ ਜਵਾਨ ਜੰਮੂ ਕਸ਼ਮੀਰ ਵਿੱਚ ਐਨਕਾਊਂਟਰ 'ਚ, ਉਹਨਾਂ 5 ਚੋਂ 3 ਤਾਂ ਇਕੱਲੇ ਪੰਜਾਬ ਦੇ ਸੀਗੇ, ਇੱਕ ਤਾਂ ਮੇਰੇ ਹਲਕੇ ਦਾ ਸਾਹਮਣੇ ਪਿੰਡ ਆ ਮਾਨਾ ਤਲਵੰਡੀ, ਸੂਬੇਦਾਰ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਉਸਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਆ ਪਿੱਛੇ ਚਾਈਨਾ ਦੇ ਨਾਲ ਇੰਟਰੂਜਨ ਤੇ ਝਗੜਾ ਹੋਇਆ ਸੀਗਾ, ਲਗਭਗ 20 ਜਵਾਨ ਮਾਰੇ ਗਏ ਸੀ ਚਾਈਨੀਜ਼, ਉਸ ਆਪਸ 'ਚ ਜਿਹੜਾ ਉਹਨਾਂ ਦਾ ਲੜਾਈ ਹੋਈ ਆ। ਉਹਨਾਂ 20 ਚੋਂ 5 ਇਕੱਲੇ ਪੰਜਾਬ ਦੇ ਸੀਗੇ। ਮਤਲਬ ਸਾਡਾ ਰਕਬਾ ਤਾਂ ਸਿਰਫ 2% ਹੈ, ਆਬਾਦੀ ਵੀ ਸਿਰਫ 2% ਆ, ਲੇਕਿਨ ਅਸੀਂ ਕੰਟਰੀਬਿਊਟ ਕਰਦੇ ਹਾਂ 25%। ਕੇਂਦਰ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਬਜਾਏ ਇਸ ਤਰ੍ਹਾਂ ਦਾ ਸਾਜ਼ਿਸ਼ਾਂ ਬਣਾਉਣਾ, ਪੰਜਾਬ ਨੂੰ ਕਮਜ਼ੋਰ ਕਰਨਾ, ਪੰਜਾਬ ਦੇ ਰਕਬੇ ਨੂੰ ਹੋਰ 50 ਕਿਲੋਮੀਟਰ ਤੱਕ ਅੰਦਰ BSF ਨੂੰ ਲੈ ਕੇ ਆਉਣਾ ਚਾਹੀਦਾ, ਤਾਂ ਉਹਨਾਂ ਨੂੰ ਇਹ ਆ ਕਿ ਸਾਡੇ ਕਿਸਾਨਾਂ ਦੇ ਜਿਹੜੇ 3 ਕਾਲੇ ਕਾਨੂੰਨ ਬਣਾਏ ਨੇ, ਕਿਉਂਕਿ ਇਹਨਾਂ ਦੇ ਬੱਚੇ ਹੀ ਉੱਥੇ ਰਖਵਾਲੀ ਕਰ ਰਹੇ ਨੇ ਬਾਰਡਰਾਂ ਦੇ ਉੱਤੇ, ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਇੱਕ ਵੱਡਾ ਪੈਕੇਜ ਦੇ ਕੇ ਉਹਨਾਂ ਦਾ ਕਰਜ਼ਾ ਜਿਹੜਾ ਇੱਕ ਵਾਰ ਮਾਫ ਕੀਤਾ ਜਾਵੇ। ਜੇ ਤੁਸੀਂ ਕਾਰਪੋਰੇਟਸ ਦਾ ਕਰਜ਼ਾ ਮਾਫ ਕਰ ਸਕਦੇ ਹੋ, ਇੱਕ ਬਜਟ ਵਿੱਚ 10-10 ਲੱਖ ਕਰੋੜ ਰੁਪਇਆ ਚੰਦ ਘਰਾਣਿਆਂ ਦਾ ਮਾਫ ਕਰ ਸਕਦੇ, ਤੇ ਇਹਨਾਂ ਦਾ ਮਾਫ ਕੀਤਾ ਜਾਵੇ। ਇਸ ਨਾਲ ਲੌਂਗ ਇੰਡਿਊਰਿੰਗ ਪੀਸ ਪੰਜਾਬ ਦੇ ਵਿੱਚ ਰਹੇਗਾ। ਇਸ ਕਰਕੇ ਜਿਹੜਾ ਇਹ ਪ੍ਰੋਪੇਗੈਂਡਾ, ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਔਰ ਲੋਕਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਤੁਸੀਂ ਇਸ ਜਿਹੜਾ ਇਹ ਇੱਕ ਫੇਕ ਪ੍ਰੋਪੇਗੈਂਡਾ ਕ੍ਰੀਏਟ ਕੀਤਾ ਜਾ ਰਿਹਾ, ਇਹਦੇ ਸ਼ਿਕਾਰ ਨਹੀਂ ਹੋਣਾ, ਔਰ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਸੋਚਣ ਸਮਝਣ ਤੋਂ ਬਾਅਦ ਜਿਹੜਾ ਹੈਗਾ ਵਾ ਫਿਰ ਕਿਸੇ ਗੱਲ ਦੇ ਉੱਤੇ ਨਿਰਣੇ ਤੇ ਪਹੁੰਚਣਾ ਚਾਹੀਦਾ। ਔਰ ਜਿਹੜੇ ਪੰਜਾਬ ਦੇ ਲੀਡਰਸ ਕੋਈ ਵੀ ਚਾਹੇ ਉਹ ਦਿੱਲੀ ਦੇ ਹੱਥ ਠੁਕੇ ਨਾ ਬਣੋ, ਔਰ ਆਪਣੀ ਹੀ ਸਟੇਟ ਨੂੰ ਕਮਜ਼ੋਰ ਕਰਕੇ ਆਪਣੀ ਹੀ ਸਟੇਟ ਦਾ ਬਹੁਤ ਸਾਰਾ ਹਿੱਸਾ ਤੁਸੀਂ ਜਿਹੜਾ BSF ਨੂੰ ਜਾਂ ਗਵਰਨਮੈਂਟ ਆਫ ਇੰਡੀਆ ਦੇ ਅਧਿਕਾਰ ਖੇਤਰ ਦੇ ਵਿੱਚ ਅੱਗੇ ਨਾ ਲੈ ਕੇ ਆਓ। ਮੈਂ ਤਾਂ ਸਮਝਦਾ ਵਾਂ ਕਿ ਜੇ ਅਗਰ ਕੋਈ ਵਾਕਈ ਕੁਝ ਆ ਰਿਹਾ ਵਾ ਅਕ੍ਰੋਸ ਦ ਬਾਰਡਰ, ਵੈਸੇ ਤਾਂ ਆ ਨਹੀਂ ਸਕਦਾ, ਸੁਖਾਲਾ ਨਹੀਂਗਾ, ਪਰ ਅਗਰ ਕੋਈ ਆ ਰਿਹਾ, ਇਹਦਾ ਮਤਲਬ ਤੁਹਾਡੀ BSF ਜਿਹੜੀ ਆ ਉਹ ਇਨਕੰਪੀਟੈਂਟ ਹੈ, ਬਾਰਡਰ ਦੀ ਸਿਕਿਉਰਿਟੀ ਫੋਰਸ ਉਹ ਫੇਲ ਹੋ ਗਈ ਹੈ, ਕਿਉਂਕਿ ਉਹਨਾਂ ਨੂੰ ਤੁਸੀਂ 15 ਕਿਲੋਮੀਟਰ ਦਾ ਰਕਬਾ ਤਾਂ ਬਾਰਡਰ ਤੋਂ ਅੰਦਰਲੇ ਪਾਸੇ ਪੰਜਾਬ ਵੱਲ ਨੂੰ ਆਲਰੇਡੀ ਦਿੱਤਾ ਹੋਇਆ ਵਾ। ਤੇ ਜਿਹੜੀ ਫੋਰਸ ਇਨਕੰਪੀਟੈਂਟ ਆ, ਫੇਲ ਹੋ ਰਹੀ ਆ ਕਿਸੇ ਤਰ੍ਹਾਂ ਦੀ ਟਰਾਂਸਪੋਰਟ ਸਮਗਲਿੰਗ ਨੂੰ ਰੋਕਣ ਵਿੱਚ, ਤੁਸੀਂ ਉਹਨਾਂ ਨੂੰ 15 ਦੀ ਬਜਾਏ 50 ਕਿਲੋਮੀਟਰ ਪੰਜਾਬ ਦਾ ਹੋਰ ਰਕਬਾ ਹੈਂਡਓਵਰ ਕਰ ਰਹੇ ਆ।
ਇਸ ਲਈ ਇਹ ਸਾਰੀ ਗੱਲ ਐਂਟੀ ਪੰਜਾਬ ਇੱਕ ਜਿਹੜਾ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ। ਔਰ ਮੈਂ ਉਮੀਦ ਕਰਦਾ ਕਿ ਸਾਡੀ ਪੰਜਾਬ ਦੇ ਜਿਹੜੇ ਸਰਕਾਰ ਹੈ ਉਹ ਇਸ ਨੂੰ ਬਹੁਤ ਮਜ਼ਬੂਤੀ ਦੇ ਨਾਲ ਕੇਂਦਰ ਸਰਕਾਰ ਨਾਲ ਚੱਕੇਗੀ, ਇਸ ਨੂੰ ਟੁੱਥ ਐਂਡ ਨੇਲ ਅਪੋਜ਼ ਕਰੇਗੀ। ਔਰ ਇਹ ਜਿਹੜਾ ਫੈਸਲਾ ਹੈ 50 ਕਿਲੋਮੀਟਰ BSF ਨੂੰ ਦੇਣ ਦਾ, ਇਹ ਕੇਂਦਰ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ। ਇਹ ਮੇਰਾ ਅੱਜ ਦਾ ਵਿਸ਼ੇ ਸੀਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।